जी। सब तो पहले तो सारिਆਂ ਨੂੰ ਸਤਿ ਸ਼੍ਰੀ ਅਕਾਲ। ਔਰ ਅੱਜ ਨਾ ਆਪਣਾ ਟੌਪਿਕ ਹੈ ਡਿਜ਼ਾਸਟਰ ਮੈਨੇਜਮੈਂਟ। ਸੋ ਇਸ ਟੌਪਿਕ ਤੇ ਅੱਜ ਆਪਾਂ ਗੱਲ ਕਰਨੀ ਆ ਡਿਜ਼ਾਸਟਰ ਮੈਨੇਜਮੈਂਟ ਤੇ। ਮੈਨੂੰ ਲੱਗਦਾ ਨਾ ਅੱਜ ਆਪਣਾ ਫੋਨ ਕੁਝ ਦਿੱਕਤ ਆ ਰਹੀ ਹੈ। ਜੀ ਆਪਣਾ ਟੌਪਿਕ ਹੈ ਡਿਜ਼ਾਸਟਰ ਮੈਨੇਜਮੈਂਟ ਔਰ ਅੱਜ ਆਪਾਂ ਡਿਜ਼ਾਸਟਰ ਮੈਨੇਜਮੈਂਟ ਤੇ ਕੁਝ ਡਿਸਕਸ ਕਰਾਂਗੇ ਥੋੜਾ ਜਿਹਾ। ਰੱਬ ਨੇ ਜ਼ਮੀਨ, ਪਾਣੀ, ਹਵਾ ਆਦਿ ਸਹਿਤ ਬਹੁਤ ਕੁਝ ਬਣਾਇਆ। ਕੁਦਰਤ ਦੀਆਂ ਬਹੁਤ ਸਾਰੀਆਂ ਪ੍ਰਕਿਰਿਆਵਾਂ ਹੁੰਦੀਆਂ ਨੇ ਜੋ ਕੁਝ ਪੂਰਨ ਹੁੰਦੀਆਂ ਨੇ, ਕੁਝ ਪ੍ਰਤੀਕੂਲ। ਕਦੀ ਕਦੀ ਇਹਨਾਂ ਦੇ ਰਿਜ਼ਲਟ ਜਿਹੜੇ ਹੈਗੇ ਆ ਪੋਜ਼ਿਟਿਵ ਤੇ ਸੁਖਦਾਇਕ ਹੁੰਦੇ ਆ ਤੇ ਕਦੀ ਕਦੀ ਬਹੁਤ ਹੀ ਜ਼ਿਆਦਾ ਨੈਗੇਟਿਵ ਤੇ ਦੁਖਦਾਇਕ ਵੀ ਹੁੰਦੇ ਆ। ਜਦੋਂ ਕਦੀ ਇਹ ਕੁਦਰਤੀ ਪ੍ਰਕਿਰਿਆਵਾਂ ਆਪਣੇ ਬੁਰੇ ਸੁਭਾਅ 'ਚ ਬਦਲਦੀਆਂ ਨੇ ਤਾਂ ਉਹਨਾਂ ਨੂੰ ਡਿਜ਼ਾਸਟਰ ਕਹਿੰਦੇ ਆ ਤੇ ਉਹ ਆਫਤ ਦਾ ਰੂਪ ਜਿਹੜਾ ਹੈਗਾ ਉਹ ਮੰਨੀਆਂ ਜਾਂਦੀਆਂ ਨੇ। ਇਹ ਇੱਕ ਅਜਿਹੀ ਭਿਆਨਕ ਸਥਿਤੀ ਹੁੰਦੀ ਆ ਜਿਸ ਵਿੱਚ ਜੀਵਨ ਤੰਤਰ ਦਾ ਇੱਕ ਨਾਰਮਲ ਪੈਟਰਨ ਜਿਹੜਾ ਹੈਗਾ ਉਹ ਬਦਲ ਜਾਂਦਾ, ਮਤਲਬ ਕਿ ਉਹ ਗੜਬੜ ਹੋ ਜਾਂਦਾ, ਗੜਬੜਾ ਜਾਂਦਾ। ਇਸ ਟਾਈਮ ਤੇ ਜੀਵਨ ਨੂੰ ਬਚਾਉਣ ਲਈ, ਸੁਰੱਖਿਅਤ ਕਰਨ ਲਈ ਇੱਕ ਅਸਾਧਾਰਨ ਐਮਰਜੈਂਸੀ ਜਿਹੜੀ ਹੈਗੀ ਆ ਯੋਗਦਾਨ ਦੀ ਜ਼ਰੂਰਤ ਹੁੰਦੀ ਆ ਤੇ ਇਸ ਨੂੰ ਹੀ ਜਿਹੜਾ ਹੈਗਾ ਆਫਤ ਕਿਹਾ ਜਾਂਦਾ। ਕੁਦਰਤੀ ਆਫਤਾਂ ਕੁਦਰਤ ਦੀ ਇੱਕ ਕਿਰਿਆ ਹੈ ਜੋ ਕਦੀ ਵੀ ਕਿਤੇ ਵੀ ਹੋ ਸਕਦੀ ਆ। ਸੋ ਡਿਜ਼ਾਸਟਰ ਦਾ ਮੀਨਿੰਗ ਹੈਗਾ ਕਿ ਡੀ ਫॉर detection, incident, command, safety and security, assets, hazards, support, treatment, evacuation and recovery. So disasters ਨੂੰ ਆਪਾਂ ਕੁਝ ਫੈਕਟਰਸ ਦੇ ਵਿੱਚ ਜਿਹੜਾ ਹੈਗਾ ਡਿਵਾਈਡ ਵੀ ਕਰਦੇ ਹਾਂ ਜੀ। ਤੇ ਅਸੀਂ ਇਹਨੂੰ ਕਿਸ ਤਰ੍ਹਾਂ ਡਿਵਾਈਡ ਕਰ ਸਕਦੇ ਹਾਂ? ਇਹਦੇ ਟਾਈਪਸ ਕਿੰਨੀਆਂ ਟਾਈਪਸ ਦੇ ਡਿਜ਼ਾਸਟਰ ਮੈਨੇਜਮੈਂਟ ਹੈ, ਇਹਦੇ ਬਾਰੇ ਦੱਸੋ ਜੀ। ਮੇਨਲੀ ਇਹ ਦੋ ਤਰ੍ਹਾਂ ਦਾ ਹੁੰਦਾ ਆ। ਇੱਕ ਤਾਂ ਕੁਦਰਤ ਦੁਆਰਾ ਜਿਹੜੀ ਕੋਈ ਆਫਤ ਆਈ ਹੋਵੇ, ਕੁਦਰਤੀ ਆਫਤ ਹੁੰਦੀ ਹੈ ਜਿਹੜਾ, ਤੇ ਇੱਕ ਹੁੰਦਾ ਇੱਕ ਇਨਸਾਨ ਦੁਆਰਾ ਜਿਹੜੀ ਮੈਨ ਮੇਡ ਹੋਵੇ, ਇਨਸਾਨ ਦੁਆਰਾ ਨਿਰਮਿਤ ਹੋਵੇ। ਕੁਦਰਤੀ ਆਫਤਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕੁਦਰਤੀ ਆਫਤਾਂ ਜਿਹੜੀਆਂ ਹੈਗੀਆਂ ਕੁਦਰਤ ਤੋਂ ਪੈਦਾ ਹੋਣ ਵਾਲੀਆਂ ਆਫਤਾਂ ਹੁੰਦੀਆਂ, ਜਿਵੇਂ ਕਿ ਹੜ੍ਹ ਹੋ ਗਿਆ, ਤੂਫਾਨ, ਜਵਾਲਾਮੁਖੀ ਵਿਸਫੋਟ। ਇਸ ਤਰ੍ਹਾਂ ਇਨਸਾਨ ਦੇ ਨਿਯੰਤਰਣ ਤੋਂ ਜਿਹੜੀਆਂ ਪਰੇ ਹੁੰਦੀਆਂ, ਜਿਹਦੇ ਤੇ ਇਨਸਾਨ ਦਾ ਕੋਈ ਵੀ ਉਹਦੇ ਤੇ ਕੋਈ ਨਿਯੰਤਰਣ ਨਹੀਂ ਰਹਿ ਜਾਂਦਾ ਤੇ ਉਹਦੀ ਕੋਈ ਮਤਲਬ ਕਿ ਉਹਦੇ ਤੇ ਕੋਈ ਬੈਲੈਂਸ ਨਹੀਂ ਜਲਦੀ ਉਹ ਕਰ ਪਾਉਂਦਾ। ਸੋ ਜਿਨ੍ਹਾਂ ਦਾ ਮਨੁੱਖੀ ਜੀਵਨ ਤੇ ਅਚਾਨਕ ਕੋਈ ਪ੍ਰਭਾਵ ਪੈ ਜੇ, ਜਿਵੇਂ ਕਿ ਕੋਈ ਉਹਦੇ ਨਾਲ ਕੋਈ ਸੱਟ ਲੱਗ ਜੇ, ਕੋਈ ਵੱਡੀ ਬਿਮਾਰੀ ਫੈਲ ਜੇ, ਕੋਈ ਸੰਪਤੀ ਦੀ ਹਾਨੀ ਹੋ ਜੇ, ਰੋਜ਼ੀ ਰੋਟੀ ਦਾ ਕੋਈ ਜਿਹੜਾ ਹੈਗਾ ਨੁਕਸਾਨ ਹੋ ਜੇ, ਸੇਵਾਵਾਂ ਦੀ ਜਿਹੜੀ ਹੈਗੀ ਆ ਉਹ ਹਾਨੀ ਹੋ ਜਾਵੇ, ਜਾਂ ਇਸ ਤੋਂ ਇਲਾਵਾ ਜਿਹੜਾ ਹੈਗਾ ਸਮਾਜਿਕ ਤੇ ਆਰਥਿਕ ਨੁਕਸਾਨ ਜਿਹੜਾ ਹੈਗਾ ਉਹ ਹੋ ਜਾਵੇ। ਇਹ ਸਾਰਾ ਜਿਹੜਾ ਕੁਝ ਹੈਗਾ ਵਰਤਾਰਾ ਜਿਹੜਾ ਹੈਗਾ ਇਹਦੇ ਨਾਲ ਕੁਦਰਤੀ ਚੀਜ਼ਾਂ ਦੇ ਨਾਲ ਇਹ ਹੁੰਦਾ ਆ। ਉਸ ਤੋਂ ਇਲਾਵਾ ਇਹ ਹੁੰਦਾ ਹੈ ਕਿ ਮੈਨ ਮੇਡ ਕਿਵੇਂ ਹੁੰਦਾ ਆ, ਇਨਸਾਨ ਦੁਆਰਾ ਨਿਰਮਿਤ ਕਿਵੇਂ ਹੁੰਦਾ ਆ। ਇਨਸਾਨਾਂ ਦੁਆਰਾ ਵੀ ਕੁਝ ਜਟਿਲ ਸਥਿਤੀਆਂ ਜਿਹੜੀਆਂ ਹੈਗੀਆਂ ਉਹ ਉਹਦੇ ਵਿੱਚ ਆ ਜਾਂਦੀਆਂ ਨੇ। ਇਹਦੇ ਵਿੱਚ ਹੈਗਾ ਕਿ ਜਿਵੇਂ ਆਪਾਂ ਸਪੋਜ਼ ਕਿਸੇ ਰੀਜ਼ਨ ਦੇ ਕਾਰਨ ਅੱਗ ਲੱਗਣਾ, ਸੋ ਇਮਾਰਤਾਂ ਦਾ ਡਿੱਗਣਾ, ਲੁੱਟ ਖੋਹ, ਹਮਲੇ, ਸੰਘਰਸ਼ ਦੀ ਸਥਿਤੀ, ਜਾਂ ਜਿਵੇਂ ਕਿ ਆਤੰਕਵਾਦੀ ਹਮਲੇ, ਪਰਮਾਣੂ ਦਾ ਵਿਸਫੋਟ, ਜਿਵੇਂ ਆਪਾਂ ਪਰਮਾਣੂ ਬੰਬ ਕਿੰਨੇ ਸਾਰੇ ਬਣਾ ਲੈਂਦੇ ਹੈਗੇ ਆ। ਤੇ ਜਿਵੇਂ ਆਪਾਂ ਹੁਣ ਇਸ ਟਾਈਮ ਤੇ ਗੱਲ ਕਰਦੇ ਸੀਗੇ ਕਿ ਅਸੀਂ ਬਹੁਤ ਵੱਡੇ ਵੱਡੇ ਪਰਮਾਣੂ ਬਣਾ ਲਏ ਹਨਾ, ਤੇ ਡਰ ਆਪਾਂ ਇੱਕ ਕੀਟਾਣੂ ਤੋਂ ਗਏ ਆ, ਕੀਟਾਣੂ ਤੋਂ ਆਪਾਂ ਜਿਹੜਾ ਹੈਗਾ ਉਹਨੂੰ ਵੀ ਹੈਂਡਲ ਨਹੀਂ ਕਰ ਪਾ ਰਹੇ। ਸੋ ਇਹ ਸਾਰੀਆਂ ਚੀਜ਼ਾਂ ਬਣਦੀਆਂ ਸਿਰਫ ਵਿਨਾਸ਼ ਦਾ ਕਾਰਨ ਨੇ। ਭਾਰਤ ਵਿੱਚ ਠੀਕ ਹੈ ਆਫਤਾਂ ਹਰ ਦੇਸ਼ ਦੇ ਵਿੱਚ ਆਉਂਦੀਆਂ ਨੇ। ਜੋ ਆਫਤਾਂ ਤੋਂ ਪੂਰੀ ਤਰ੍ਹਾਂ ਮੁਕਤ ਹੋਵੇ ਇਸੇ ਤਰ੍ਹਾਂ ਹੀ ਭਾਰਤ ਹੈ। ਭਾਰਤ ਆਪਣੀ ਤਰ੍ਹਾਂ ਜਿਹੜਾ ਹੈਗਾ ਭਾਰਤ ਭੂਗੋਲਿਕ ਸਥਾਨਾਂ ਤੇ ਵਿਗਿਆਨਿਕ ਸਰਚਨਾਵਾਂ ਦੇ ਕਾਰਨ ਇੱਕ ਆਫਤਾਵਾਂ ਵਾਲਾ ਦੇਸ਼ ਮੰਨਿਆ ਗਿਆ। ਸੋ ਇੱਥੇ ਕਦੀ ਹੜ੍ਹ, ਕਦੀ ਕੋਈ ਦੁਰਘਟਨਾ, ਕਦੀ ਕੁਛ ਜਿਹੜਾ ਹੈਗਾ ਉਹ ਆਉਂਦੇ ਰਹਿੰਦੇ ਆ। ਸੋ ਭਾਰਤ ਵਿੱਚ ਹੜ੍ਹ, ਤੂਫਾਨ, ਚੱਕਰਵਾਤ ਤੇ ਇਸ ਤੋਂ ਇਲਾਵਾ ਸੁਨਾਮੀ, ਸੋਕਾ, ਭੂਮੀ ਦਾ ਖੁਰਨਾ, ਇਹ ਸਾਰੇ ਕਾਰਨ ਜਿਹੜੇ ਹੈਗੇ ਆ ਜਿਹਦੇ ਨਾਲ ਮੁਸ਼ਕਲਾਂ ਪੈਦਾ ਕਰਦੇ ਆ। ਸੋ ਇਹਦਾ ਸਾਹਮਣਾ ਜਿਹੜਾ ਹੈਗਾ ਸਾਨੂੰ ਸਮੇਂ-ਸਮੇਂ ਤੇ ਕਰਨਾ ਪੈਂਦਾ। ਭਾਰਤ ਦੇ ਉੱਤਰਾਖੰਡ ਵਿੱਚ ਜਿਵੇਂ ਜਾਂ ਚੇਨਈ ਦੇ ਵਿੱਚ ਚੱਕਰਵਾਤ ਦਾ ਆਇਆ ਸੀ 2001 ਦੇ ਵਿੱਚ, ਗੁਜਰਾਤ ਦਾ ਭੂਚਾਲ ਸੀਗਾ, ਉੜੀਸਾ ਦਾ ਸੀਗਾ ਵੱਡਾ ਚੱਕਰਵਾਤ ਹੋਇਆ ਸੀਗਾ, ਮੁੰਬਈ ਦਾ ਵਿੱਚ ਸੁਨਾਮੀ ਆਈ ਸੀ, ਭੋਪਾਲ ਦੀ ਗੈਸ ਤਰਾਸਦੀ ਹੋਈ ਸੀ। ਸੋ ਇਹ ਸਾਰੀਆਂ ਪ੍ਰਕਿਰਿਆਵਾਂ ਜਿਹੜੀਆਂ ਸਾਨੂੰ ਝੱਲਣੀਆਂ ਪਈਆਂ। ਸੋ ਇਹਨਾਂ ਦੇ ਕਾਫੀ ਸਾਰੇ ਬੁਰੇ ਇਫੈਕਟ ਵੀ ਜਿਹੜੇ ਹੈਗੇ ਉਹ ਸਾਡੇ ਤੇ ਪੈਂਦੇ ਆ ਜੀ। ਜਿਵੇਂ ਅੱਜ ਕੱਲ ਰੀਸੈਂਟਲੀ ਉੱਤਰਾਖੰਡ ਵਿੱਚ ਬਹੁਤ ਬਾੜ ਆ ਰਹੀ ਹੈ, ਬਹੁਤ ਬਾਰਿਸ਼ਾਂ ਹੋ ਰਹੀਆਂ, ਕੁਦਰਤੀ ਆਫਤ ਹੋ ਰਹੀ ਹੈ। ਅੱਛਾ, ਗਵਰਨਮੈਂਟ ਦੀ ਕੀ ਰਿਸਪੌਂਸਿਬਿਲਿਟੀ ਹੈ? ਪਹਿਲਾਂ ਆਪਾਂ ਇਹਨਾਂ ਦੇ ਪ੍ਰਭਾਵ ਦੇ ਪ੍ਰਬੰਧਨ ਬਾਰੇ ਜੇ ਦੇਖੀਏ ਤਾਂ ਇਹਦੇ ਵਿੱਚ ਇਹ ਸੀਗਾ ਕਿ ਪ੍ਰਭਾਵ ਦੇ ਵਿੱਚ ਸੀਗਾ ਕਿ ਆਫਤਾਂ ਦਾ ਪ੍ਰਤੱਖ ਜਾਂ ਅਪ੍ਰਤੱਖ ਰੂਪ ਦੇ ਵਿੱਚ ਪ੍ਰਭਾਵ ਹਮੇਸ਼ਾ ਘਾਤਕ ਹੀ ਹੁੰਦਾ, ਜੋ ਵਿਨਾਸ਼ਕਾਰੀ ਤੇ ਹਾਨੀਕਾਰਕ ਹੀ ਰਿਹਾ।
ਇਨਸਾਨਾਂ ਦੇ ਨਾਲ ਪਸ਼ੂ ਪੰਛੀਆਂ ਦੇ ਲਈ ਵੀ ਪ੍ਰਭਾਵ ਜਿਹੜਾ ਹੈਗਾ ਉਹ ਪਾਉਂਦਾ ਆ। ਸੋ ਇਹਨਾਂ ਆਫਤਾਂ ਦੇ ਨਾਲ ਨਜਿੱਠਣ ਦੇ ਲਈ ਜਿਹੜਾ ਪ੍ਰਭਾਵ ਨੂੰ ਘੱਟ ਕਰਨ ਲਈ ਕੁਝ ਸੰਸਾਧਨਾਂ ਤੇ ਜ਼ਿੰਮੇਵਾਰੀਆਂ ਦਾ ਪ੍ਰਬੰਧਨ ਜਿਹੜਾ ਹੈਗਾ ਗਵਰਨਮੈਂਟ ਵੱਲੋਂ ਕੀਤਾ ਜਾਂਦਾ ਹੈ। ਸੋ ਭਾਰਤ ਵਿੱਚ ਆਪਦਾ ਪ੍ਰਬੰਧਨ ਜਿਹੜਾ ਹੈਗਾ, ਇਸ ਵਿੱਚ ਰਾਸ਼ਟਰੀ ਆਪਦਾ ਪ੍ਰਬੰਧਨ ਜਿਹੜਾ ਹੈਗਾ ਮੇਨ ਆ। ਭਾਰਤੀ ਚਿਕਿਤਸਾ ਅਨੁਸੰਧਾਨ ਪ੍ਰੀਸ਼ਦ ਦੇ ਇਹਨਾਂ ਵਰਗੇ ਕਈ ਫੋਰਮ, ਫੰਡ, ਕਈ ਜਿਹੜੀਆਂ ਹੈਗੀਆਂ ਸੰਗਠਨ, ਕਈ ਜਿਹੜੇ ਹੈਗੇ ਐਨਜੀਓਜ਼ ਜਿਹੜੇ ਹੈਗੇ ਇਸ ਦੇ ਅੰਡਰ ਕੰਮ ਕਰਦੇ ਆ। ਪਰ ਕਦੀ-ਕਦੀ ਕੇਂਦਰ ਤੇ ਰਾਜ ਸਰਕਾਰਾਂ ਦੀ ਜਿਹੜਾ ਤਾਲਮੇਲ ਦੀ ਕਮੀ ਹੋਣ ਦੇ ਕਾਰਨ ਜਿਹੜੇ ਹੈਗੇ ਸਾਰੇ ਸੰਬੰਧਿਤ ਫੋਰਮ, ਸੰਗਠਨ ਜਿਹੜਾ ਹੈਗਾ ਇਹਨਾਂ ਦਾ ਉਚਿਤ ਪੁਨਰਵਾਸ ਜਿਹੜਾ ਹੈਗਾ ਉਹ ਉਸ ਕਰਨ ਦੇ ਵਿੱਚ ਅਸਮਰਥ ਹੋ ਜਾਂਦੇ ਆ। ਸੋ ਜੇ ਆਪਾਂ ਕੁਝ ਤਰ੍ਹਾਂ ਦੀਆਂ, ਜਿਵੇਂ ਆਪਾਂ ਤੁਸੀਂ ਕਿਹਾ ਕਿ ਕੁਝ ਮੈਨੇਜਮੈਂਟ ਜਿਹੜਾ ਹੈਗਾ ਗਵਰਨਮੈਂਟ ਵੱਲੋਂ ਕਿਵੇਂ ਕੀਤਾ ਜਾਂਦਾ, ਉਹ ਵੀ ਆਪਾਂ ਕੁਝ ਦੇਖ ਲੈਂਦੇ ਆ। ਇਹਦੇ ਵਿੱਚ ਇਹ ਹੈਗਾ ਕਿ ਡਿਜ਼ਾਸਟਰ ਇੱਕ ਆਪਦਾ ਹੁੰਦਾ ਆ। ਕਿਸੇ ਖੇਤਰ ਦੇ ਵਿੱਚ ਕੋਈ ਵੀ ਘਟਨਾ ਜਿਹੜੀ ਘਟਦੀ ਹੈ, ਗੰਭੀਰ ਘਟਨਾ ਹੁੰਦੀ ਹੈ ਇੱਕ, ਹਨਾ। ਸੋ ਕੁਦਰਤੀ ਤੌਰ ਤੇ ਇਨਸਾਨਾਂ ਦੀ ਲਾਪਰਵਾਹੀ ਤੋਂ ਉਤਪੰਨ ਹੋ ਸਕਦੀ ਹੈ, ਆਪਾਂ ਦੇਖ ਲਿਆ। ਸੋ ਨੈਚੁਰਲ ਤੇ ਡਿਜ਼ਾਸਟਰ ਦੇ ਆਪਾਂ ਜੇ ਕੁਝ ਆਪਾਂ ਡਿਵਾਈਡੇਸ਼ਨ ਕਰੀਏ ਨਾ, ਇਹਨਾਂ ਨੂੰ ਭਾਗਾਂ ਵਿੱਚ ਵੰਡੀਏ, ਤਾਂ ਉਹਦੇ ਅਕੋਰਡਿੰਗ ਹੀ ਜਿਹੜੀ ਹੈਗੀ ਆ ਗਵਰਨਮੈਂਟ ਵੀ ਵਰਕ ਕਰਦੀ ਹੈਗੀ ਆ। ਸੋ 5 ਭਾਗਾਂ ਦੇ ਵਿੱਚ ਆਪਾਂ ਇਹਨੂੰ ਵੰਡ ਕੇ ਦੇਖਦੇ ਹਾਂ ਕਿ ਜੇ ਭੂਗੋਲਿਕ ਤੌਰ ਤੇ ਦੇਖੀਏ ਤਾਂ ਭੂਮੀ ਤੇ ਜੋ ਹਲਚਲ ਹੁੰਦੀ ਆ, ਜੋ ਭੂਚਾਲ ਆਉਂਦਾ, ਕੋਈ ਸੁਨਾਮੀ, ਜਵਾਲਾਮੁਖੀ, ਇਹ ਸਾਰਾ ਭੂਗੋਲਿਕ ਤੌਰ ਤੇ ਹੁੰਦਾ ਆ। ਜਲਵਾਯੂ ਦੇ ਤੌਰ ਤੇ ਆਪਾਂ ਦੇਖੀਏ ਤਾਂ ਜਲ ਚੱਕਰ ਹੋ ਗਿਆ, ਜਾਂ ਵਾਟਰ ਬੋਡੀਜ਼ ਤੋਂ ਜਿਹੜਾ ਓਵਰਫਲੋ ਹੋ ਜਾਂਦਾ ਆ, ਉਹਦਾ ਜਿਹੜਾ ਪਰਿਵਰਤਨ ਹੁੰਦਾ ਆ, ਜਿਵੇਂ ਹੜ੍ਹ ਆ ਜਾਂਦੇ ਨੇ, ਲੈਂਡਸਲਾਈਡ ਹੁੰਦੀ ਆ, ਭੂਮੀ ਦਾ ਖੁਰਨਾ ਹੁੰਦਾ ਆ, ਇਹ ਸਾਰਾ ਇਹਦੀ ਜਿਹੜਾ ਹੈਗਾ ਜਲਵਾਯੂ ਦੇ ਨਾਲ ਹੁੰਦਾ ਆ। ਫਿਰ ਮੌਸਮੀ ਕੁਝ ਹੋ ਜਾਂਦੇ ਨੇ, ਸਾਈਕਲੋਨਸ, ਟਰਨਾਡੋਜ਼ ਆ ਜਾਂਦੇ ਆ, ਕੋਲਡ ਵੇਵ ਹੋ ਜਾਂਦੀਆਂ, ਤੇਜ਼ ਬਾਰਿਸ਼ ਆ ਜਾਂਦੀ ਆ। ਜਲਵਾਯੂ ਦੇ ਵਿੱਚ ਵੀ ਹੁੰਦਾ ਕਿ ਜੰਗਲ ਦੀ ਅੱਗ, ਤੇਜ਼ ਗਰਮੀ, ਸਰਦੀ ਹੋ ਜਾਂਦੀ ਹੈ ਬਹੁਤ ਜ਼ਿਆਦਾ, ਗਲੇਸ਼ੀਅਰ ਦਾ ਪਿਘਲਣਾ। ਤੇ ਕੁਝ ਜੈਵਿਕ ਵੀ ਹੁੰਦੇ ਆ, ਜਿਵੇਂ ਕਿ ਬੈਕਟੀਰੀਆ ਜਾਂ ਵਾਇਰਸ, ਜਿਵੇਂ ਕਿ ਅੱਜ ਵਾਇਰਸ ਦਾ ਪ੍ਰਕੋਪ ਜਿਹੜਾ ਹੈਗਾ ਉਹ ਚੱਲ ਰਿਹਾ ਹੈ। ਇਹਦੇ ਵਿੱਚ ਫੰਗਲ, ਪੈਰਾਸਾਈਟ, ਇਦਾਂ ਦੀਆਂ ਜਿਹੜੀਆਂ ਹੈਗੀਆਂ ਪ੍ਰੋਬਲਮਸ ਹੁੰਦੀਆਂ ਨੇ, ਇਹਨਾਂ ਦੇ ਬਿਲਕੁਲ। ਸੋ ਇਨਸਾਨ ਦੁਆਰਾ ਜਿਹੜਾ ਬਣਾਇਆ ਗਿਆ ਇਹ ਹੁੰਦਾ ਕਿ ਤੇਜ਼ੀ ਨਾਲ ਵੱਧਦੀ ਹੋਈ ਜਨਸੰਖਿਆ, ਜਿਹੜਾ ਇਨਸਾਨ ਦੁਆਰਾ ਜਿਹੜੇ ਹੈਗੇ ਆ ਪ੍ਰੋਬਲਮ ਹੁੰਦੀਆਂ ਨੇ, ਤੇਜ਼ੀ ਨਾਲ ਵੱਧ ਰਹੀ ਜਨਸੰਖਿਆ, ਸ਼ਹਿਰੀਕਰਨ ਦੇ ਵਿੱਚ ਤੇਜ਼ੀ ਦੇ ਵਿੱਚ ਉਦਯੋਗੀਕਰਨ ਹੋ ਗਿਆ, ਇਸ ਦੇ ਅੰਤਰਗਤ ਹੋ ਗਿਆ ਉਦਯੋਗਿਕ ਇਮਾਰਤਾਂ ਦਾ ਡਿੱਗਣਾ, ਵਾਯੂ, ਰੇਲ, ਸੜਕ ਦੁਰਘਟਨਾ, ਅੱਗ ਲੱਗਣਾ, ਪਰਮਾਣੂ ਬੰਬ ਦਾ ਡਿੱਗਣਾ, ਇਹ ਸਾਰੇ ਹੋ ਗਏ। ਆਇਲ ਸਿਪਲ ਹੋ ਗਿਆ, ਇਹ ਸਾਰੇ ਇਨਸਾਨ ਦੁਆਰਾ ਬਣਾਏ ਗਏ ਜਿਹੜੇ ਹੈਗੇ, ਇਹਨਾਂ ਨਾਲ ਡਿਜ਼ਾਸਟਰ ਜਿਹੜੇ ਪੈਦਾ ਹੁੰਦੇ ਆ। ਸੋ ਇਹਨਾਂ ਨੂੰ ਮੈਨੇਜ ਕਰਨ ਰੈਗੂਲੇਸ਼ਨਸ ਬਣਾਏ ਜਾਂਦੇ ਆ। ਤੁਸੀਂ ਸਹੀ ਕਿਹਾ ਕਿ ਆਪਣੇ ਗਵਰਨਮੈਂਟ ਇਸ ਤਰ੍ਹਾਂ ਦੀ ਹੈਲਪ ਕਰਦੀ ਆ। ਸੋ ਡਿਜ਼ਾਸਟਰ ਦੇ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਇਹਨਾਂ ਨੂੰ ਕੁਝ ਲੈਵਲਸ ਦੇ ਵਿੱਚ, ਕੁਝ ਸਟੈਪਸ ਦੇ ਵਿੱਚ ਡਿਵਾਈਡ ਕੀਤਾ ਗਿਆ। L0, L1, L2, L3 ਇਦਾਂ ਕਰਕੇ। L0 ਦੇ ਵਿੱਚ ਹੁੰਦਾ ਕਿ ਮਾਈਨਰ ਪ੍ਰੋਬਲਮ ਹੈਗੀਆਂ, ਜਿਹੜੀਆਂ ਕਿ ਬਹੁਤ ਛੋਟੀਆਂ ਪ੍ਰੋਬਲਮਸ ਹੁੰਦੀਆਂ ਨੇ। L1 ਵਿੱਚ ਹੁੰਦਾ ਕਿ ਡਿਜ਼ਾਸਟਰ ਨੂੰ ਦੇਖਣ ਲਈ, ਸਮਝਣ ਲਈ ਜਿਹੜਾ ਹੈਗਾ ਡਿਸਟ੍ਰਿਕਟ ਲੈਵਲ ਤੇ ਜਿਹੜਾ ਹੁੰਦਾ ਉਹ ਕੰਮ ਕਰਦੇ ਆ। L2 ਦੇ ਵਿੱਚ ਹੁੰਦਾ ਕਿ ਸਮਝਣ ਲਈ, ਇਸਨੂੰ ਸਾਰੇ ਡਿਜ਼ਾਸਟਰਸ ਨੂੰ ਦੇਖਣ ਲਈ ਸਟੇਟ ਲੈਵਲ ਤੇ ਕੰਮ ਹੁੰਦਾ ਆ। ਤੇ L3 ਦੇ ਵਿੱਚ ਚਰਮ ਸੀਮਾ ਹੁੰਦੀ ਹੈ, ਜਿਵੇਂ ਕਿ ਹੁਣ ਜਿਹੜਾ ਹੈਗਾ ਵਾਇਰਸ ਦਾ ਚੱਲ ਰਿਹਾ, ਤੇ ਇਹਦੇ ਨਾਲ ਹੈ ਕਿ ਬਹੁਤ ਵੱਡੇ ਪੱਧਰ ਤੇ ਜਿਹੜਾ ਹੈਗਾ ਇਹਨੂੰ ਸੰਭਾਲਣ ਦੀ ਪ੍ਰਕਿਰਿਆ ਜਿਹੜੀ ਹੈਗੀ ਆ ਉਹ ਕੰਮ ਕਰਦੀ ਆ ਜੀ। ਇਸ ਤੋਂ ਇਲਾਵਾ ਜੇ ਆਪਾਂ ਇਸ ਨੂੰ ਹੋਰ ਜ਼ਿਆਦਾ ਜੀ, ਅੱਛਾ ਕੰਟੀਨਿਊ ਕਰੋ ਜੀ। ਇਸ ਤੋਂ ਇਲਾਵਾ ਜੇ ਆਪਾਂ ਇਸ ਨੂੰ ਹੋਰ ਅੱਛੀ ਤਰ੍ਹਾਂ ਸਮਝਣਾ ਹੋਵੇ ਤਾਂ ਜਿਵੇਂ ਮਨੁੱਖ ਦੁਆਰਾ, ਜਿਵੇਂ ਆਪਾਂ ਹੁਣ ਕੀਤੇ ਡਿਜ਼ਾਸਟਰਸ ਹਨਾ, ਤੇ ਇਹਦੇ ਵਿੱਚ ਹੋਣਾ ਕੀ ਚਾਹੀਦਾ, ਜਿਵੇਂ ਆਪਾਂ ਜੇ ਥੋੜਾ ਜਿਹਾ ਡੀਪਲੀ ਦੇਖੀਏ ਤਾਂ ਹੁੰਦੇ ਕੀ ਆ ਇਹ, ਜਿਵੇਂ ਆਪਣੇ ਕੁਝ ਜੇ ਇਨਸਾਨ ਦੀ ਆਪਾਂ ਕਹੀਏ ਕਿ ਇਸ ਕਮੀ ਦੇ ਕਰਕੇ ਹੁੰਦੇ ਆ, ਉਹਦੇ ਵਿੱਚ ਇਹ ਹੋਗਾ ਕਿ ਸਪੋਜ਼ ਕੋਈ ਐਕਸੀਡੈਂਟ ਹੋਇਆ ਹਨਾ, ਰੋਡ ਐਕਸੀਡੈਂਟ, ਇਹਦੇ ਵਿੱਚ ਵੀ ਆ ਜਾਂਦਾ ਆ। ਰੇਲ, ਹਵਾਈ ਔਰ ਸੜਕੀ ਦੁਰਘਟਨਾ ਜਿਹੜੀ ਹੁੰਦੀ ਹੈ ਇਨਸਾਨ ਦੇ ਦੁਆਰਾ ਹੁੰਦੀ ਆ। ਸੋ ਇਹਦੇ ਵਿੱਚ ਹੁੰਦਾ ਕਿ ਡਰਾਈਵਰ ਨੂੰ ਅਗਰ ਘੱਟ ਨੌਲੇਜ ਹੋਵੇ, ਜਿਹਦੇ ਨਾਲ ਉਹਦੇ ਐਕਸੀਡੈਂਟ ਹੁੰਦੇ ਆ, ਖਰਾਬ ਸੜਕਾਂ ਹੋਣ, ਹਾਈ ਸਪੀਡ ਦੀ ਵਜ੍ਹਾ ਨਾਲ ਕੁਝ ਦੁਰਘਟਨਾ ਹੁੰਦੀ ਹੈ। ਠੀਕ ਹੈ, ਕੁਝ ਮਤਲਬ ਲੈਵਲ ਠੀਕ ਹੈ, ਕੰਮ ਕਰਦੀ ਆ। ਸਭ ਤੋਂ ਪਹਿਲਾਂ ਹੁੰਦਾ ਕਿ ਸਟੇਟ ਲੈਵਲ ਤੇ ਹੁੰਦੀ ਹੈ ਜਿਹੜੀ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਹੁੰਦਾ ਨਾ, ਉਹ ਕੰਮ ਕਰਦਾ। ਫਿਰ ਡਿਸਟ੍ਰਿਕਟ ਲੈਵਲ ਤੇ ਆ ਜਾਂਦਾ, ਡਿਸਟ੍ਰਿਕਟ ਲੈਵਲ ਤੇ ਹੁੰਦਾ ਕਿ ਡਿਸਟ੍ਰਿਕਟ ਮੈਜਿਸਟ੍ਰੇਟ ਆਫਿਸਰ ਜਿਹੜਾ ਹੈਗਾ ਉਹ ਕੰਮ ਕਰਦਾ। ਵਿਕਾਸ ਖੰਡ ਲੈਵਲ ਤੇ ਪੰਚਾਇਤ ਸਮਿਤੀ ਆਫਿਸ ਹੁੰਦਾ ਆ, ਤੇ ਪੇਂਡੂ ਪੱਧਰ ਤੇ ਪਿੰਡ ਦੀ ਡਿਜ਼ਾਸਟਰ ਮੈਨੇਜਮੈਂਟ ਕਮੇਟੀ ਜਿਹੜੀ ਹੁੰਦੀ ਆ ਉਹ ਕੰਮ ਕਰਦੀ ਹੈ। ਇਸੇ ਤਰ੍ਹਾਂ ਡਿਜ਼ਾਸਟਰ ਦੇ ਹਿਸਾਬ ਨਾਲ ਮੰਤਰਾਲੇ ਵੀ ਹੁੰਦੇ ਆ। ਪ੍ਰਕਿਰਤਿਕ ਆਪਦਾ ਤੇ ਰਸਾਇਣਿਕ ਡਿਜ਼ਾਸਟਰ ਜਿਵੇਂ ਗ੍ਰਹਿ ਮੰਤਰਾਲੇ ਹੁੰਦਾ, ਹਵਾਈ ਦੇ ਲਈ ਆਪਦਾ ਦੇ ਲਈ ਹੁੰਦਾ ਨਾਗਰਿਕ ਵਿਮਾਨਨ ਮੰਤਰਾਲੇ, ਰੇਲ ਦੁਰਘਟਨਾ ਦੇ ਲਈ ਰੇਲ ਮੰਤਰਾਲੇ ਹੁੰਦਾ ਨਾ ਜੀ। ਮਹਾਮਾਰੀ ਦੇ ਲਈ ਜਿਹੜਾ ਹੁੰਦਾ ਹੈ ਉਹ ਸਭ ਤੋਂ ਇੰਪੋਰਟੈਂਟ ਹੁੰਦਾ ਹੈਲਥ ਡਿਪਾਰਟਮੈਂਟ ਆਫ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ, ਜਿਹੜੀ ਹੈਲਥ ਡਿਪਾਰਟਮੈਂਟ ਦੇ ਅੰਡਰ ਆਉਂਦਾ ਹੈ ਸਾਰਾ। ਠੀਕ ਹੈ।
ਲੋਕਾਂ ਦੀਆਂ ਪ੍ਰੋਬਲਮਸ ਨੂੰ ਸਮਝ ਕੇ ਕਿਸ ਤਰ੍ਹਾਂ ਦੀਆਂ ਕਿਸ ਏਰੀਆ ਦੇ ਵਿੱਚ ਕਿਸ ਤਰ੍ਹਾਂ ਦੀ ਪੋਲਿਟਿਕ ਹੈ, ਕਿਸ ਤਰ੍ਹਾਂ ਦਾ ਉੱਥੇ ਏਰੀਆ ਆ, ਕਿਸ ਤਰ੍ਹਾਂ ਦੀ ਉੱਥੇ ਮਤਲਬ ਕਿ ਉੱਥੇ ਦੀਆਂ ਰਿਕੁਆਇਰਮੈਂਟਸ ਕੀ ਨੇ, ਉਹ ਸਾਰਾ ਕੁਝ ਦੇਖਿਆ ਜਾਂਦਾ। ਉਸ ਦੇ ਅਕੋਰਡਿੰਗ ਹੀ ਹੈਗਾ ਜਿਹੜਾ ਰੋਡ ਮੈਪ ਤਿਆਰ ਕੀਤਾ ਜਾਂਦਾ। ਸੋ ਭਾਰਤ ਇਸ ਤਰ੍ਹਾਂ ਦਾ ਪਹਿਲਾ ਦੇਸ਼ ਹੈ ਜਿਸ ਨੇ ਰਾਸ਼ਟਰੀ ਪੱਧਰ ਤੇ ਜਿਹੜੀ ਹੈਗੀ ਆਪਦਾ ਦਾ ਪ੍ਰਬੰਧਨ ਦੀ ਯੋਜਨਾ ਜਿਹੜੀ ਹੈਗੀ ਉਹ ਬਣਾਈ ਆ। ਇਸ ਦਾ ਮੁੱਖ ਉਦੇਸ਼ ਸੀਗਾ ਕਿ ਭਾਰਤ ਨੂੰ ਕੋਈ ਆਪਦਾ ਆਉਣ ਤੇ ਤਿਆਰ ਰਹਿਣਾ ਔਰ ਜੀਵਨ ਸੰਪत्ति ਕਿ ਘੱਟ ਤੋਂ ਘੱਟ ਨੁਕਸਾਨ ਹੋਵੇ ਇਸ ਸਭ ਦਾ ਪ੍ਰਬੰਧ ਕਰਨਾ। ਸੋ ਇਸ ਦੇ ਅੰਦਰ ਆਪਾਂ ਪਹਿਲਾਂ ਉਸ ਚੀਜ਼ ਨੂੰ ਦੇਖਣਾ ਹੀ ਪੈਂਦਾ ਆ। ਇਸ ਦੇ ਅੰਦਰ ਕੀ ਹੁੰਦਾ ਕਿ ਪਹਿਲਾਂ ਸਭ ਤੋਂ ਪਹਿਲਾਂ ਜੋਖਿਮ ਨੂੰ ਸਮਝਣਾ ਕਿ ਹੈ ਕੀ ਚੀਜ਼ ਅਸਲ ਦੇ ਵਿੱਚ, ਫਿਰ ਉਸ ਦੇ ਵਿੱਚ ਸੁਧਾਰ ਕਿਵੇਂ ਲਿਆਂਦਾ ਜਾ ਸਕਦਾ ਹੈ ਜੋਖਿਮ ਦਾ। ਤੇ ਫਿਰ ਹੁੰਦਾ ਕਿ ਪ੍ਰਾਰੰਭਕ ਚੇਤਾਵਨੀ ਕੀ ਆਪਾਂ ਦੇਣੀ ਹੈ। ਜਿਵੇਂ ਆਪਾਂ ਨੂੰ ਸਭ ਤੋਂ ਪਹਿਲਾਂ ਹੀ ਦੱਸ ਦਿੱਤਾ ਗਿਆ ਸੀਗਾ ਕਿ ਕੋਰੋਨਾ ਵਾਇਰਸ ਆ ਰਿਹਾ ਹੈ ਨਾ, ਤੇ ਇਹਦੇ ਵਿੱਚ ਚੀਜ਼ ਸੇਫਟੀ ਆਪਣੀ ਕੀ ਰੱਖਣੀ ਹੈ ਕਿ ਆਪਣੀ ਮਾਸਕ ਰੱਖਣੇ ਆ, ਅੱਛੀ ਤਰ੍ਹਾਂ ਧੋਣੇ ਆ ਨਾ ਥੋੜੀ ਦੇਰ ਬਾਅਦ। ਸੋ ਇਹ ਹੁੰਦੀ ਹੈ ਪ੍ਰਾਰੰਭਕ ਚੇਤਾਵਨੀ। ਇਹ ਵੀ ਸਾਡੀ ਗਵਰਨਮੈਂਟ ਦੀ ਹੁੰਦੀ ਹੈ, ਜਿਹੜੀ ਰਿਸਪੌਂਸਿਬਿਲਿਟੀ ਜਿਹੜੀ ਹੈਗੀ ਪਬਲਿਕ ਨੂੰ ਦੇਣੀ ਹੁੰਦੀ ਆ। ਔਰ ਆਪਦਾ ਤੋਂ ਬਾਅਦ ਦਾ ਨਿਰਮਾਣ ਵੀ ਜਿਹੜਾ ਹੈਗਾ ਉਹ ਪਬਲਿਕ ਨੂੰ ਦੇਖਣਾ ਪੈਂਦਾ ਹੈ ਗਵਰਨਮੈਂਟ ਨੂੰ। ਸੋ ਕੁਝ ਬਿੰਦੂਆਂ ਤੇ ਰਣਨੀਤੀ ਵੀ ਬਣਾਈ ਜਾਂਦੀ ਹੈ, ਜਿਵੇਂ ਕਿ ਰੋਕਥਾਮ ਕੀ ਕਰਨੀ ਹੈ, ਪ੍ਰੀਵੈਂਸ਼ਨ ਕੀ ਹੈ, ਮਿਟੀਗੇਸ਼ਨ ਕੀ ਹੈ, ਰਿਸਪੌਂਸ ਕੀ ਦੇਣਾ ਹੈ, ਔਰ ਰਿਕਵਰੀ ਕਿਸ ਤਰ੍ਹਾਂ ਹੋਣੀ ਹੈ, ਔਰ ਕਿਸ ਤਰ੍ਹਾਂ ਕਿਸ ਲੈਵਲ ਦੀ ਰਿਕਵਰੀ ਜਿਹੜੀ ਹੈ ਉਹ ਕਰਨੀ ਹੈ। ਸੋ ਆਪਦਾ ਦੇ ਪ੍ਰਬੰਧਨ ਲਈ ਇੱਕ ਮਹੱਤਵਪੂਰਨ ਸੁਝਾਅ ਵੀ ਹੁੰਦਾ ਆ, ਜਿਵੇਂ ਕਿ ਸਿੱਖਿਆ ਰਣਨੀਤੀ ਤਿਆਰ ਕਰਨੀ ਹੁੰਦੀ ਹੈ, ਕਿਸ ਤਰ੍ਹਾਂ ਦਾ ਉਹਦਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ। ਇਹ ਸਾਰਾ ਜਿਹੜਾ ਹੈਗਾ ਇਹਦੇ ਵਿੱਚ ਹੀ ਕੰਮ ਕਰਦਾ ਹੈ ਜੀ। ਅੱਛਾ, ਬਹੁਤ ਵਧੀਆ। ਤੇ ਗਵਰਨਮੈਂਟ ਵੱਲੋਂ ਕੋਈ ਸੁਝਾਅ ਇਹਦੇ ਬਾਰੇ, ਸੁਝਾਅ ਪਹਿਲਾਂ ਤੇ ਬਾਅਦ ਵਿੱਚ ਜਦੋਂ ਕੋਈ ਡਿਜ਼ਾਸਟਰ ਆ ਹੀ ਜਾਂਦਾ, ਕੋਈ ਕੁਦਰਤੀ ਆਫਤ ਜਾਂ ਮੈਨ ਮੇਡ ਆਫਤ ਆਉਂਦੀ ਏ, ਉਹਦੇ ਲਈ ਕੋਈ ਸੁਝਾਅ ਦਿਓਗੇ? ਜੀ ਆਪਦਾ ਜਦੋਂ ਇਸ ਤਰ੍ਹਾਂ ਦੀਆਂ ਆਫਤਾਵਾਂ ਆਉਂਦੀਆਂ ਨੇ ਤਾਂ ਇੱਕ ਨਾ ਸੈਂਡਾਈ ਫਰੇਮਵਰਕ ਨਾਮ ਦਾ ਇੱਕ ਜਿਹੜਾ ਹੈਗਾ ਮੇਨ ਬਣਾਇਆ ਗਿਆ। ਜਾਪਾਨ ਨੇ 2005 ਦੇ ਵਿੱਚ ਇਸ ਨੂੰ ਅਪਣਾਇਆ ਸੀ। ਇਸ ਦਾ ਮੁੱਖ ਉਦੇਸ਼ ਇਹ ਹੁੰਦਾ ਸੀਗਾ ਕਿ ਜੋਖਿਮ ਨੂੰ ਘੱਟ ਕਿਵੇਂ ਕੀਤਾ ਜਾ ਸਕਦਾ ਹੈ। ਜਿਵੇਂ ਹੁਣ ਆਪਣੇ ਕਰੋਨਾ ਮਹਾਮਾਰੀ ਚੱਲ ਰਹੀ ਹੈ ਤੇ ਇਹਦੇ ਵਿੱਚ ਸਭ ਤੋਂ ਪਹਿਲਾ ਲੈਵਲ ਇਹ ਦੇਖਣਾ ਹੁੰਦਾ ਕਿ ਘੱਟ ਤੋਂ ਘੱਟ ਲੋਕ ਪ੍ਰਭਾਵਿਤ ਘੱਟ ਤੋਂ ਘੱਟ ਕਿਵੇਂ ਹੋਣ, ਘੱਟ ਤੋਂ ਘੱਟ ਸੰਕਰਮਿਤ ਹੋਣ ਤੋਂ ਕਿਵੇਂ ਬਚਾਇਆ ਜਾ ਸਕਦਾ। ਜਿਵੇਂ ਹੁਣ ਆਪਾਂ ਨੂੰ ਕਿਹਾ ਕਿ ਘਰਾਂ ਦੇ ਵਿੱਚ ਰਹਿਣਾ, ਸਕੂਲ ਕਾਲਜਸ ਬੰਦ ਕਰਦੇ, ਘਰ ਤੋਂ ਸਾਰੀ ਹੈਗੀ ਜਿਹੜੀ ਸਟੱਡੀ ਦਾ ਕੁਝ ਫਰੇਮਵਰਕ ਇੱਕ ਸੈਂਡਾਈ ਦੇ ਅੰਡਰ ਹੀ ਬਣਾਇਆ ਗਿਆ। ਸੋ ਇਸ ਚੀਜ਼ ਨੂੰ ਦੇਖਣਾ ਕਿ ਮੌਤ ਦਰ ਕਿਵੇਂ ਘੱਟ ਕੀਤੀ ਜਾ ਸਕਦੀ ਆ। 187 ਦੇਸ਼ ਜਿਹੜੇ ਹੈਗੇ ਉਹ ਸੈਂਡਾਈ ਫਰੇਮਵਰਕ ਨੂੰ ਜਿਹੜਾ ਹੈਗਾ ਹੁਣ ਤੱਕ ਅਪਣਾ ਚੁੱਕੇ ਆ। ਇਸ ਦੀ ਅਵਧੀ ਜਿਹੜੀ ਹੈਗੀ ਆ 2015 ਤੋਂ 2030 ਦੇ ਵਿਚਕਾਰ ਦੀ ਆ। ਇਸ ਦਾ ਮੁੱਖ ਉਦੇਸ਼ ਇਹ ਸੀਗਾ ਕਿ ਦੁਬਾਰਾ ਨਵੀਨੀਕਰਨ ਹੋਵੇ। ਜਿਵੇਂ ਸਪੋਜ਼ ਕੋਈ ਜਵਾਲਾਮੁਖੀ ਦੇ ਨਾਲ ਜਾਂ ਜਿਵੇਂ ਹੜ੍ਹ ਦੇ ਨਾਲ ਜਿਵੇਂ ਕਾਫੀ ਜਗ੍ਹਾ ਤੇ ਕੁਝ ਨੁਕਸਾਨ ਹੋ ਜਾਂਦਾ, ਉਸ ਤੋਂ ਬਾਅਦ ਇਮਾਰਤਾਂ ਦਾ ਕਿਸੇ ਜਾਂ ਉਸ ਏਰੀਏ ਦਾ ਨਵੀਨੀਕਰਨ ਕਰਨਾ, ਛੋਟੇ ਪੱਧਰ ਤੋਂ ਲੈ ਕੇ ਵੱਡੇ ਪੱਧਰ ਤੱਕ ਸਾਰੀ ਇਨਫੋਰਮੇਸ਼ਨ ਕਲੈਕਟ ਕਰਨਾ ਤੇ ਉਹਦੇ ਤੇ ਕੰਮ ਕਰਨਾ। ਸੋ ਆਫਤਾਂ ਜਾਂ ਕੁਦਰਤੀ ਹੋਣ, ਚਾਹੇ ਮਨੁੱਖ ਦੁਆਰਾ ਪੈਦਾ ਕੀਤੀਆਂ ਹੋਣ ਜਾਂ ਕਿਸੇ ਤਕਨੀਕੀ ਖਤਰਿਆਂ ਨੂੰ ਜਿਹੜਾ ਹੈਗਾ ਦੁਆਰਾ ਪੈਦਾ ਕੀਤੀਆਂ ਹੋਣ, ਇਹ ਸਾਰੀਆਂ ਜਿਹੜੀਆਂ ਨੂੰ ਘੱਟ ਕਰਨਾ ਜਿਹੜਾ ਹੈਗਾ ਇਸ ਮੇਨ ਸੈਂਡਾਈ ਫਰੇਮਵਰਕ ਦਾ ਜਿਹੜਾ ਹੈਗਾ ਉਹ ਕੰਮ ਹੈ ਜੀ। ਇਸ ਤੋਂ ਇਲਾਵਾ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ ਇਸ ਨੂੰ ਘੱਟ ਕਿਵੇਂ, ਤੁਸੀਂ ਕਿਹਾ ਕਿ ਸੁਝਾਅ ਜਿਹੜੇ ਹੈਗੇ ਉਹ ਕੀ ਹੋ ਸਕਦੇ ਇਸ ਤੋਂ ਪਹਿਲਾਂ ਤੇ ਬਾਅਦ ਵਾਲੇ। ਉਹਦੇ ਵਿੱਚ ਇਹ ਹੈਗਾ ਕਿ ਸੈਂਡਾਈ ਫਰੇਮਵਰਕ ਵਿੱਚ ਜਿਹੜਾ 2015 ਤੋਂ 2030 ਦੇ ਤੱਕ ਜਿਹੜਾ ਹੈਗਾ ਇਹਦੇ ਵਿੱਚ ਏਮਸ ਬਣਾਏ ਆ। ਇਸ 2030 ਤੱਕ ਜਿਹੜਾ ਹੈਗਾ ਏਮ ਨਿਸ਼ਚਿਤ ਹੋਇਆ। ਸਭ ਤੋਂ ਪਹਿਲਾਂ ਇਹਦੇ ਵਿੱਚ ਇਹ ਹੈਗਾ ਕਿ ਜਿਵੇਂ ਹੁਣ ਕਰੋਨਾ ਮਹਾਮਾਰੀ ਚੱਲ ਰਹੀ ਤੇ ਇਹਦੇ ਵਿੱਚ ਜਿਵੇਂ GDP ਰੇਟ ਜਿਵੇਂ ਆਪਾਂ ਦੇਖਿਆ 4.40 ਤੋਂ ਹਨਾ ਘਟਿਆ। ਸੋ ਵਿਸ਼ਵ GDP ਜਿਹੜਾ ਹੈਗਾ ਵਿੱਚ ਆਪਦਾ ਦੁਆਰਾ ਉਤਪੰਨ ਆਰਥਿਕ ਨੁਕਸਾਨ ਨੂੰ ਘੱਟ ਕਿਵੇਂ ਕਰਨਾ, ਵਿਭਿੰਨ ਪ੍ਰਕਾਰ ਦੇ ਖਤਰਿਆਂ ਸੰਬੰਧੀ ਜਿਹੜਾ ਹੈਗਾ ਪਹਿਲਾਂ ਤੋਂ ਚੇਤਾਵਨੀ ਦੇ ਦੇਣਾ, ਵਿਸ਼ਵ ਪੱਧਰ ਤੇ ਆਫਤਾਂ ਦੁਆਰਾ ਹੋਣ ਵਾਲੀ ਮੌਤ ਦਰ ਨੂੰ ਘੱਟ ਕਰਨਾ, ਆਪਦਾ ਪ੍ਰਬੰਧਨ ਦੇ ਲਈ ਜ਼ਰੂਰੀ ਬੁਨਿਆਦੀ ਢਾਂਚੇ ਨੂੰ ਦੇ ਵਿੱਚ ਸੁਧਾਰ ਲੈ ਕੇ ਆਉਣਾ। ਸੋ ਆਪਦਾ ਪ੍ਰਬੰਧਨ ਦੀ ਮੁੱਖ ਸੁਝਾਅ ਇਹਨਾਂ ਨੂੰ ਦੋ ਹਿੱਸਿਆਂ 'ਚ ਵੰਡਿਆ ਗਿਆ। ਇੱਕ ਤਾਂ ਆਫਤ ਦੇ ਆਉਣ ਤੋਂ ਪਹਿਲਾਂ ਤੇ ਇੱਕ ਆਫਤ ਦੇ ਆਉਣ ਤੋਂ ਬਾਅਦ। ਯਾਨੀ ਕਿ ਆਫਤ ਦੇ ਆਉਣ ਤੋਂ ਪਹਿਲਾਂ ਤਾਂ ਇਹ ਸੀਗਾ ਕਿ ਆਫਤ ਦੇ ਆਉਣ ਤੋਂ ਪਹਿਲਾਂ ਰਣਨੀਤੀ ਬਣਾਉਣੀ ਔਰ ਆਫਤ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਉਪਾਅ ਸ਼ਾਮਿਲ ਨੇ, ਜਿਵੇਂ ਕਿ ਸਕੂਲ ਦਫ਼ਤਰ ਆਪਾਂ ਪਹਿਲੇ ਗੱਲ ਕਰ ਚੁੱਕੇ ਹਾਂ, ਬੰਦ ਕੀਤੇ ਗਏ। ਨੀਤੀਆਂ ਬਣਾਉਣ ਦੇ ਸਮੇਂ ਮੌਜੂਦਾ ਸੰਸਥਾਨਾਂ ਭੂਮੀ ਉਪਯੋਗ ਦਾ ਧਿਆਨ ਰੱਖਣਾ ਕਿ ਉਸ ਏਰੀਆ ਦੇ ਵਿੱਚ ਕਿਸ ਤਰ੍ਹਾਂ ਦੀ ਭੂਗੋਲਿਕ ਸਥਿਤੀ ਹੈ, ਕਿਸ ਤਰ੍ਹਾਂ ਦਾ ਆਰਥਿਕ ਲੈਵਲ ਹੈ, ਉਹ ਸਾਰਾ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ। ਫਿਰ ਚਾਹੇ ਉਹ ਕੋਈ ਵੀ ਏਰੀਆ ਹੋਵੇ, ਹਰ ਚੀਜ਼ ਨੂੰ ਦੇਖਣਾ ਪੈਂਦਾ, ਹਰ ਲੈਵਲ ਨੂੰ ਦੇਖਣਾ ਪੈਂਦਾ, ਚਾਹੇ ਉਹ ਪ੍ਰਾਈਵੇਟ ਸੈਕਟਰ ਹੋਵੇ, ਚਾਹੇ ਉਹ ਗਵਰਨਮੈਂਟ ਸੈਕਟਰ ਹੋਵੇ, ਹਰ ਚੀਜ਼ ਦੇ ਹਰ ਲੈਵਲ ਤੇ ਧਿਆਨ ਦੇ ਕੇ ਇਸ ਚੀਜ਼ ਨੂੰ ਬਣਾਇਆ ਜਾਂਦਾ। ਤੇ ਇੱਕ ਮੇਨ ਹੁੰਦਾ ਕਿ ਸਕੂਲਾਂ ਕਾਲਜਾਂ ਦੇ ਵਿੱਚ ਆਫਤ ਦੇ ਨਾਲ ਸੰਬੰਧਿਤ ਕੁਝ ਮੁੱਢਲੀਆਂ ਸਹੂਲਤਾਂ ਜਾਂ ਉਹਨਾਂ ਨਾਲ ਕੁਝ ਮੁੱਢਲੀ ਜਾਣਕਾਰੀ ਜਿਹੜੀ ਹੈਗੀ ਆ, ਪਰਹੇਜ਼ ਜਿਹੜਾ ਹੈਗਾ ਉਹਦੇ ਨਾਲ ਸੰਬੰਧਿਤ ਕੁਝ ਜਾਣਕਾਰੀ ਜਿਹੜੀ ਹੈਗੀ ਆ, ਸਿੱਖਿਆ ਜਿਹੜੀ ਜ਼ਰੂਰ ਦਿੱਤੀ ਜਾਂਦੀ ਹੈ। ਇਹ ਹੋ ਗਿਆ ਆਫਤ ਦੇ ਆਉਣ ਤੋਂ ਪਹਿਲਾਂ। ਤੇ ਆਫਤ ਦੇ ਆਉਣ ਤੋਂ ਬਾਅਦ ਜਿਹੜਾ ਹੈਗਾ ਉਹਦੀ ਤਿਆਰੀ ਦੇ ਵਿੱਚ ਜਿੰਨਾ ਪ੍ਰਬੰਧਾਂ ਦੀ ਜ਼ਰੂਰਤ ਹੁੰਦੀ ਆ ਉਹਨੇ ਮਨੀ, ਜਿਵੇਂ ਕਿ ਹੁਣ ਇਕਨੋਮਿਕ ਸਥਿਤੀ ਬਹੁਤ ਜ਼ਿਆਦਾ ਡਾਊਨ ਹੋਈ ਆ,
ਮਨੀ, ਮੈਨ ਪਾਵਰ, ਮਟੀਰੀਅਲਸ ਦੀ ਉਪਲਬਧਤਾ ਕਰਵਾਉਣਾ, ਇਹ ਸਾਰਾ ਡਿਜ਼ਾਸਟਰ ਤੋਂ ਬਾਅਦ ਹੁੰਦਾ ਆ। ਇਸ ਤੋਂ ਇਲਾਵਾ ਸੂਚਨਾ ਔਰ ਸੰਚਾਰ ਦੁਆਰਾ ਵਾਰਨਿੰਗ ਸਿਸਟਮ ਜਿਹੜਾ ਹੈਗਾ ਉਹਨੂੰ ਉਹਦਾ ਜਿਹੜਾ ਹੈਗਾ ਉਹਨੂੰ ਸੂਚਨਾ ਤੇ ਸੰਚਾਰ ਦੁਆਰਾ ਜਿਹੜਾ ਵਾਰਨਿੰਗ ਸਿਸਟਮ ਉਹਨੂੰ ਜਾਣੀ ਕਿ ਸਹੀ ਢੰਗ ਨਾਲ ਲੈ ਕੇ ਆਉਣਾ ਕਿ ਕਿਸ ਤਰ੍ਹਾਂ ਮੀਡੀਆ ਦੀ ਆਪਾਂ ਹੈਲਪ ਕਰਕੇ ਮੀਡੀਆ ਦੇ ਜ਼ਰੀਏ ਹਰ ਜਗ੍ਹਾ ਤੇ ਆਪਾਂ ਪਹੁੰਚ ਕਰ ਸਕਦੇ ਹਾਂ। ਉੱਥੋਂ ਦੀ ਸੂਚਨਾ ਜਿਹੜੀ ਹੈਗੀ ਆ ਸਹੀ ਲੈਵਲ ਦੀ, ਸਹੀ ਜਾਣੀ ਕਿ ਗਰਾਊਂਡ ਲੈਵਲ ਦੀ ਜਿਹੜੀ ਗਵਰਨਮੈਂਟ ਤੱਕ ਪਹੁੰਚਾਉਣਾ, ਹਰ ਸਮੱਸਿਆ ਦਾ ਪਤਾ ਕਰਨਾ ਤੇ ਗਵਰਨਮੈਂਟ ਨੂੰ ਉਸ ਬਾਰੇ ਦੱਸਣਾ। ਠੀਕ ਹੈ ਜੀ। ਇਸ ਤੋਂ ਇਲਾਵਾ ਜਿਵੇਂ ਹੁਣ ਚੱਲ ਰਿਹਾ ਤਾਂ ਇਹਦੇ ਵਿੱਚ ਇਹ ਹੈਗਾ ਕਿ ਸਭ ਤੋਂ ਵੱਡੀ ਇਹ ਹੁੰਦੀ ਹੈ ਕਿ ਵੈਕਸੀਨ ਜਾਂ ਜਿਹੜੀ ਦਵਾਈ ਹੈ ਉਹਦੀ ਉਪਲਬਧਤਾ ਕਿਵੇਂ ਕਰਾਉਣੀ ਹੈ। ਉਹਦੀ ਉਪਲਬਧਤਾ ਹੈਗੀ ਜਿਹੜੀ ਨਿਸ਼ਚਿਤ ਕੀਤੀ ਜਾਂਦੀ ਹੈ ਕਿ ਕਿਸ ਲੈਵਲ ਦੀ ਹੋਣੀ ਚਾਹੀਦੀ ਆ, ਕਿੰਨਾ ਇਸ ਏਰੀਆ ਹੈਗਾ ਉੱਥੇ ਦਾ, ਕਿੰਨੀ ਉੱਥੇ ਦੀ ਪੋਪੂਲੇਸ਼ਨ ਹੈਗੀ ਆ, ਕਿੰਨੇ ਲੋਕ ਇਫੈਕਟ ਹੋਏ ਆ, ਕਿੰਨੇ ਇਫੈਕਟ ਹੋ ਸਕਦੇ ਆ। ਜਿਵੇਂ ਕਿ ਆਪਾਂ ਦੇਖਿਆ ਕਿ ਜਿਹੜੇ ਹੈਗੇ ਹਾਈ ਡਿਸਟ੍ਰਿਕਟ ਲੈਵਲ ਦੇ ਜਿਹੜੇ ਸੀਗੇ ਜਿੱਥੇ ਕਾਫੀ ਜ਼ਿਆਦਾ ਪੋਪੂਲੇਸ਼ਨ ਸੀ ਉੱਥੇ ਜ਼ਿਆਦਾ ਲੋਕ ਇਫੈਕਟ ਹੋਏ ਆ। ਦਿੱਲੀ ਏਰੀਆ ਹੋ ਗਿਆ, ਬੰਬੇ ਹੋ ਗਿਆ, ਹਨਾ ਜੀ, ਪੰਜਾਬ ਦੇ ਵਿੱਚ ਤਾਂ ਅੰਮ੍ਰਿਤਸਰ, ਪਟਿਆਲਾ, ਇਸ ਤਰ੍ਹਾਂ ਜਿਹੜੇ ਹੈਗੇ ਆ ਹਾਈ ਜਿਹੜੇ ਵੱਡੇ ਸਿਟੀ ਸੀਗੀਆਂ ਉਹ ਜ਼ਿਆਦਾ ਇਫੈਕਟ ਹੋਈਆਂ। ਤਾਂ ਉਹਦੇ ਨਾਲ ਜਿਹੜਾ ਹੁੰਦਾ ਕਿ ਮੈਡੀਸਿਨਸ ਦਾ ਵੀ ਹੈਗਾ ਕਿ ਦੇਖਣਾ ਹੁੰਦਾ ਕਿ ਕਿੰਨੀ ਵੈਕਸੀਨ, ਕਿੰਨੀ ਮੈਡੀਸਿਨ ਉੱਥੇ ਆਪਾਂ ਪਹੁੰਚਾਉਣੀ ਆ। ਇਸ ਤੋਂ ਇਲਾਵਾ ਲੋਕਾਂ ਨੂੰ ਖਾਣ ਪੀਣ ਦੀਆਂ ਵੀ ਦਿੱਕਤਾਂ ਆਈਆਂ ਤਾਂ ਇਹਦੇ ਵਿੱਚ ਇਹ ਵੀ ਹੁੰਦਾ ਕਿ ਆਪਾਂ ਜਾਣ ਤੋਂ ਬਾਅਦ ਤੱਕ ਖਾਣ ਪੀਣ ਦੇ ਵਿੱਚ ਕੀ ਜਿਹੜੀਆਂ ਹੈਗੀਆਂ ਚੀਜ਼ਾਂ ਦੀ ਵਿਵਸਥਾ ਕੀਤੀ ਜਾਂਦੀ ਆ। ਇਹ ਸਭ ਤੋਂ ਮੇਨ ਹੁੰਦਾ ਕਿ ਚਾਹੇ ਹੜ੍ਹ ਆਵੇ, ਚਾਹੇ ਕੋਈ ਵੀ ਚੀਜ਼ ਹੋਵੇ, ਕਿ ਉੱਥੇ ਦੀ ਸਾਫ਼ ਸਫਾਈ ਦਾ ਜਿਹੜਾ ਹੈਗਾ ਖਿਆਲ ਰੱਖਣਾ, ਇਹ ਸਾਰਾ ਇਹਦੇ ਵਿੱਚ ਐਡ ਹੁੰਦਾ। ਇਸ ਤੋਂ ਇਲਾਵਾ ਜੇ ਆਪਾਂ ਇੱਕ ਛੋਟੀ ਜਿਹੀ ਹੈਲਪ ਕਿਸੇ ਦੀ ਆਪਾਂ ਛੋਟੀ ਜਿਹੀ ਇੱਕ ਲੈਵਲ ਆਪਾਂ ਲੈ ਕੇ ਦੇਖੀਏ, ਉਹਦੇ ਵਿੱਚ ਜਿਵੇਂ ਸਪੋਜ਼ ਭੂਚਾਲ ਦੀ ਸਥਿਤੀ ਵਿੱਚ ਆਪਾਂ ਕਿਸੇ ਨੂੰ ਦੱਸਣਾ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ। ਭੂਚਾਲ ਦੀ ਸਥਿਤੀ ਵਿੱਚ ਇਹ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਕਿਸੇ ਸੇਫ ਜਗ੍ਹਾ ਤੇ ਲੈ ਕੇ ਜਾਓ। ਅਗਰ ਉਹਦਾ ਰਿਐਕਟਰ ਤੁਹਾਨੂੰ ਘੱਟ ਲੱਗਦਾ ਤਾਂ ਤੁਸੀਂ ਉੱਥੇ ਜ਼ਮੀਨ ਤੇ ਲੇਟ ਜਾਓ ਜਾਂ ਟੇਬਲ ਦੇ ਨੀਚੇ ਜਾਂ ਕਿਸੇ ਚੀਜ਼ ਦੇ ਨੀਚੇ ਤੁਸੀਂ ਬੈਠ ਸਕਦੇ ਹੋ ਜਾਂ ਕਿਸੇ ਚੀਜ਼ ਨੂੰ ਘੁੱਟ ਕੇ ਪਕੜ ਲਓ। ਅਗਰ ਤੁਸੀਂ ਡਰਾਈਵ ਕਰ ਰਹੇ ਹੋ, ਅਗਰ ਤੁਸੀਂ ਬ੍ਰਿਜ ਦੇ ਕੋਲ ਹੋ ਤਾਂ ਬ੍ਰਿਜ ਦੇ ਨੀਚੇ ਨਾ ਰੁਕੋ, ਇਹ ਵੀ ਹੁੰਦਾ ਆ। ਸੋ ਜੇ ਅਗਰ ਤੁਸੀਂ ਬਿਲਡਿੰਗ ਦੇ ਵਿੱਚ ਹੋ, ਕਿਸੇ ਆਫਿਸ ਦੇ ਵਿੱਚ ਹੈਗੇ ਹੋ ਤਾਂ ਉੱਥੇ ਹੁੰਦਾ ਕਿ ਤੁਸੀਂ ਇਹ ਦੇਖੋ ਕਿ ਤੁਸੀਂ ਸੀੜੀਆਂ ਤੋਂ ਨੀਚੇ ਉਤਰੋ, ਪੌੜੀਆਂ ਤੋਂ ਨੀਚੇ ਉਤਰੋ, ਲਿਫਟ ਦਾ ਜਿਹੜਾ ਹੈਗਾ ਉਹਦਾ ਜਿਹੜਾ ਹੈਗਾ ਤੁਸੀਂ ਇਸਤੇਮਾਲ ਨਾ ਕਰੋ। ਜੀ, ਇਹ ਸਾਰਾ ਕੁਝ ਜਿਹੜਾ ਹੁੰਦਾ ਹੈ ਆਪਾਂ ਨੂੰ ਸਾਰੀਆਂ ਜਿਹੜੀਆਂ ਜਾਣਕਾਰੀਆਂ ਜਿਹੜੀਆਂ ਆਪਾਂ ਨੂੰ ਰੱਖਣੀਆਂ ਪੈਂਦੀਆਂ। ਜਿਵੇਂ ਹੜ੍ਹ ਪ੍ਰਭਾਵਿਤ ਇਲਾਕੇ ਜਿੱਥੇ ਕਈ ਪਿੰਡਾਂ ਸ਼ਹਿਰਾਂ ਦੇ ਵਿੱਚ ਹਰ ਸਾਲ ਹੀ ਹੜ੍ਹ ਹੁੰਦੇ ਆ, ਉੱਥੇ ਦੇ ਏਰੀਏ ਦੇ ਲੋਕਾਂ ਨੂੰ ਦੇਖਣਾ ਚਾਹੀਦਾ ਕਿ ਉੱਥੇ ਕਿਵੇਂ ਉਹ ਆਪਣੇ ਆਪ ਨੂੰ ਸਹੀ ਲੈਵਲ ਤੇ ਲਿਆ ਸਕਦੇ ਹੈਗੇ ਆ ਜਾਂ ਕਿਸ ਤਰ੍ਹਾਂ ਬਚਾ ਸਕਦੇ ਆ। ਜਿਵੇਂ ਉੱਥੇ ਘਰ ਦੇ ਵਿੱਚ ਰੱਸੀਆਂ ਹਨਾ ਵੱਡੇ ਵੱਡੇ ਉਹ ਰੱਖਣੇ ਤੇ ਰੱਸੀਆਂ। ਇਸ ਤੋਂ ਇਲਾਵਾ ਜਿਵੇਂ ਕਿਸ਼ਤੀਆਂ ਜਿਹੜੀਆਂ ਹੈਗੀਆਂ ਤਿਆਰ ਕਰਕੇ ਰੱਖਣੀਆਂ, ਯਾਨੀ ਕਿ ਆਪਣੇ ਆਪ ਨੂੰ ਅਗਰ ਬਹੁਤ ਜ਼ਿਆਦਾ ਜਾਨੀ ਮਾਲੀ ਨੁਕਸਾਨ ਨਹੀਂ ਤਾਂ ਕਮ ਸੇ ਕਮ ਜਾਨੀ ਨੁਕਸਾਨ ਜਿਹੜਾ ਹੈਗਾ ਉਹ ਘੱਟ ਕੀਤਾ ਜਾ ਸਕਦਾ। ਉਹ ਘੱਟ ਕੀਤਾ ਜਾ ਸਕਦਾ ਹੈ, ਬਿਲਕੁਲ। ਔਰ ਜੀ ਬਹੁਤ ਵਧੀਆ ਦੱਸਿਆ। ਹਾਂਜੀ, ਇਸ ਤੋਂ ਇਲਾਵਾ ਇਹ ਹੁੰਦਾ ਕਿ ਇੱਕ ਨਾ ਆਪਣਾ ਐਟ ਲਾਸਟ ਮੈਂ ਇਹ ਕਹਿਣਾ ਚਾਹੁੰਦੀ ਕਿ ਇੱਕ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਪ੍ਰੋਬਲਮ ਹੁੰਦੀ ਆ ਇਸ ਤੋਂ ਇਲਾਵਾ ਹੁੰਦਾ ਕਿ ਇੱਕ ਹੋਰ ਜ਼ਰੂਰੀ ਮੁੱਦਾ ਇਹ ਹੈਗਾ ਕਿ ਇਸ ਟਾਈਮ ਜਿਹੜਾ ਕਰੋਨਾ ਤੋਂ ਬਾਅਦ ਸ਼ਾਇਦ ਆ ਸਕਦਾ ਉਹ ਹੈਗਾ ਜੀ ਗਲੋਬਲ ਵਾਰਮਿੰਗ। ਇੱਕ ਸਪੈਸ਼ਲ ਰਿਪੋਰਟ ਹੈ ਗਲੋਬਲ ਵਾਰਮਿੰਗ ਆਫ 1.5 ਡਿਗਰੀ ਸੈਲਸੀਅਸ ਟੈਂਪਰੇਚਰ ਮੀਨਸ ਇੱਕ ਸੀਮਾ ਜਿਹੜੀ ਹੈਗੀ ਹੈ ਇਸ ਰਿਪੋਰਟ ਦੇ ਅਕੋਰਡਿੰਗ ਹੁੰਦੀ ਆ ਕਿ ਅਗਰ ਇਹ ਕ੍ਰਾਸ ਹੁੰਦਾ ਹੈ ਤਾਂ ਜਿਹੜਾ ਹੈਗਾ ਇਹਦੇ ਨਾਲ ਕੀ ਆਪਾਂ ਨੂੰ ਦਿੱਕਤ ਜਿਹੜੀ ਹੈਗੀ ਆ ਉਹ ਆ ਸਕਦੀ ਆ। ਸੋ ਜੇ ਆਪਾਂ ਇਹਦੇ ਵੱਲ ਪੂਰਾ ਧਿਆਨ ਦਿੱਤਾ, ਮੈਂ ਹਰ ਵਾਰੀ ਹਰ ਆਪਣੀ ਵੀਡੀਓ ਦੇ ਵਿੱਚ ਇੱਕ ਏਸੀ ਦਾ ਜ਼ਿਕਰ ਜ਼ਰੂਰ ਕਰਦੀ ਹੁੰਦੀ ਹਾਂ ਕਿਉਂਕਿ ਜੇ ਆਪਾਂ ਉਦਯੋਗਾਂ ਤੋਂ ਨਿਕਲਿਆ ਹੋਇਆ ਧੂੰਆਂ ਜਾਂ ਇਹਨਾਂ ਦੀ ਗਰਮੀ ਦੇਖੀਏ ਤਾਂ ਇਹਦੇ ਨਾਲ ਕੁਝ ਫੈਕਟਰੀਆਂ ਜਾਂ ਕੁਝ ਕਾਰੋਬਾਰ ਜਿਹੜੇ ਹੈਗੇ ਆ ਉਹੀ ਜਿਹੜੇ ਹੈਗੇ ਆ ਉਹਦੇ ਨਾਲ ਸੰਬੰਧਿਤ ਹੁੰਦੇ ਆ। ਜਿਹੜਾ ਇਹ ਏਸੀ ਹੁੰਦਾ ਇਹਦੇ ਨਾਲ ਹਰ ਇੱਕ ਪਰਸਨ ਜਿਹੜਾ ਹੈਗਾ ਉਹ ਐਡ ਹੁੰਦਾ। ਸੋ ਜਿਹੜਾ ਇਹ ਡਿਜ਼ਾਸਟਰ ਜਿਹੜਾ ਹੈਗਾ ਨਾ ਆਪਣੇ ਕੋਲੇ ਜੇ ਅਗਰ ਆ ਗਿਆ ਤਾਂ 1.5 ਡਿਗਰੀ ਜਿਹੜਾ ਟੈਂਪਰੇਚਰ ਦੀ ਆਪਾਂ ਨੂੰ ਉਹਨਾਂ ਨੇ ਇੱਕ ਮਤਲਬ ਕਿ ਇੱਕ ਅਲਰਟ ਜਾਰੀ ਕੀਤਾ। ਜੇ ਇਹ ਕ੍ਰਾਸ ਹੋ ਗਿਆ ਤਾਂ ਇਹ ਸ਼ਾਇਦ ਜਿਹੜਾ ਹੈਗਾ ਆਪਣੇ ਤੋਂ ਜਲਦੀ ਇਹਦਾ ਜਿਹੜਾ ਭਰਿਆ ਨਹੀਂ ਜਾਣਾਗਾ, ਮਤਲਬ ਕਿ ਇਹਦੀ ਕਮੀ ਜਿਹੜੀ ਹੈਗੀ ਆ। ਸੋ ਇੱਕ ਚੰਗੀ ਗੱਲ ਇਹਦੇ ਵਿੱਚ ਇਹ ਵੀ ਹੈਗੀ ਆ ਕਿ ਕੁਝ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਨਾ ਉਹ ਆਪਣੇ ਵਿੱਚ ਇੱਕ ਸਿਲੇਬਸ ਐਡ ਕਰ ਰਹੀਆਂ ਨੇ ਹਿਊਮਨ ਵੈਲਿਊਜ਼ ਦਾ। ਉਹਦੇ ਵਿੱਚ ਬੱਚਿਆਂ ਨੂੰ ਇਹ ਸਿਖਾਇਆ ਜਾਂਦਾ ਕਿ ਇੱਕ ਸਬਜੈਕਟ ਹੈ ਹਿਊਮਨ ਵੈਲਿਊਜ਼, ਉਹਦੇ ਵਿੱਚ ਸਟੂਡੈਂਟਸ ਨੂੰ ਇਹ ਸਿਖਾਇਆ ਜਾਂਦਾ। ਪਹਿਲਾਂ ਆਪਾਂ ਇਹ ਸਿਖਾਉਂਦੇ ਸੀਗੇ ਕਿ ਤੁਸੀਂ ਟੈਕਨੋਲੋਜੀ ਕਿਵੇਂ ਬਣਾਉਣੀ ਆ, ਬਸ ਉਹਨੂੰ ਡਿਵੈਲਪ ਕਰਨਾ ਸਿਰਫ ਇੱਕ ਹਨਾ। ਤੁਸੀਂ ਬੱਚਿਆਂ ਨੂੰ ਇਹ ਬਣਾਉਂਦੇ ਸੀ ਸਟੱਡੀ ਦੇ ਕਰਵਾ ਰਹੇ ਆ ਕਿ ਤੁਸੀਂ ਵੱਧ ਤੋਂ ਵੱਧ ਪੈਸਾ ਕਿਵੇਂ ਕਮਾਉਣਾ, ਮਤਲਬ ਬੱਚਿਆਂ ਨੂੰ ਮਤਲਬ ਕਿ ਪੈਸਾ ਕਮਾਉਣ ਵਾਲੀ ਮਸ਼ੀਨ ਬਣਾ ਦੇਣਾ। ਤੇ ਹੁਣ ਜਿਹੜਾ ਹੈ ਯੂਨੀਵਰਸਿਟੀਆਂ ਇਸ ਚੀਜ਼ ਵੱਲ ਧਿਆਨ ਦੇ ਰਹੀਆਂ, ਜਿਵੇਂ ਜਿਵੇਂ ਜਿਸ ਤਰ੍ਹਾਂ ਦੇ ਡਿਜ਼ਾਸਟਰਸ ਆਪਣੇ ਸਾਹਮਣੇ ਆ ਰਹੇ ਆ, ਜਿਵੇਂ ਕਿ ਮੈਂ ਕਰੋਨਾ ਵਾਲਾ ਆਇਆ ਜਾਂ ਇਸ ਤੋਂ ਇਲਾਵਾ ਜਿਹੜਾ ਹੈਗਾ ਕਿ ਵਾਰਮਿੰਗ ਦਾ ਜਿਹੜਾ ਹੈ ਗਲੋਬਲ ਵਾਰਮਿੰਗ ਦੀ ਆਪਾਂ ਗੱਲ ਕਰ ਰਹੇ ਹਾਂ, ਤਾਂ ਉਹਨਾਂ ਨੂੰ ਕਿਹਾ ਗਿਆ ਹੈਗਾ ਕਿ ਜਿਹੜੀ ਵੀ ਤੁਸੀਂ ਟੈਕਨੋਲੋਜੀ ਬਣਾਉਣੀ ਆ ਉਹ ਇਕੋ ਟੈਕਨੋਲੋਜੀ ਹੋਣੀ ਚਾਹੀਦੀ ਹੈ, ਯਾਨੀ ਕਿ ਉਹਦੇ ਨਾਲ
ਤੁਹਾਨੂੰ ਫਾਇਦਾ ਹੋਵੇ ਤੇ ਕੁਦਰਤ ਦਾ ਕੋਈ ਨੁਕਸਾਨ ਨਾ ਹੋਵੇ, ਕਿਉਂਕਿ ਜਿੰਨਾ ਆਪਾਂ ਹੁਣ ਤੱਕ ਕੁਦਰਤ ਦਾ ਨੁਕਸਾਨ ਕੀਤਾ ਆ ਤੇ ਕੁਦਰਤ ਨੇ ਵੀ ਆਪਣਾ ਜਿਹੜਾ ਹੁਣ ਪ੍ਰਕੋਪ ਦਿਖਾਇਆ। ਤਾਂ ਜਿਹੜਾ ਹੈਗਾ ਜੇ ਆਪਾਂ ਇਸ ਚੀਜ਼ ਨੂੰ ਕਿ ਕਾਲਜ ਲੈਵਲ ਤੇ ਮਤਲਬ ਕਿ ਸਿੱਖਿਆ ਦੇ ਲੈਵਲ ਤੇ ਜੇ ਆਪਾਂ ਇਸ ਚੀਜ਼ ਨੂੰ ਲੈ ਕੇ ਆ ਰਹੇ ਹਾਂ ਤਾਂ ਸ਼ਾਇਦ ਇਹ ਬਹੁਤ ਵਧੀਆ ਗੱਲ ਵੀ ਹੈਗੀ ਆ। ਸੋ ਇਹਦੇ ਨਾਲ ਇਹ ਹੁੰਦਾ ਕਿ ਜਿਹੜਾ ਹੈਗਾ ਟਾਈਮ ਆਫਤਾਂ ਵੀ ਘੱਟ ਹੋਣਗੀਆਂ। ਜੇ ਤੁਸੀਂ ਕਮ ਸੇ ਕਮ ਕੁਦਰਤੀ ਆਫਤਾਂ ਤੋਂ ਦੇਖੋ ਆਪਾਂ ਨਹੀਂ ਬਚ ਸਕਦੇ, ਪਰ ਜਿਹੜਾ ਤਕਨੀਕੀ ਢੰਗ ਨਾਲ ਜਿਹੜਾ ਹੈਗਾ ਕੁਛ ਆਫਤਾਂ ਦਾ ਆਪਾਂ ਕਾਰਨ ਬਣਦੇ ਆ, ਜਿਹੜੀ ਮਨੁੱਖ ਦੁਆਰਾ ਪੈਦਾ ਹੁੰਦੀਆਂ ਆਫਤਾਂ ਨੇ, ਜੇ ਕਮ ਸੇ ਕਮ ਉਹਨਾਂ ਨੂੰ ਆਪਾਂ ਬਚ ਸਕੀਏ ਜਾਂ ਉਹਨੂੰ ਘੱਟ ਕਰ ਸਕੀਏ ਤਾਂ ਸ਼ਾਇਦ ਆਪਣੇ ਲਈ ਬਹੁਤ ਵਧੀਆ ਗੱਲ ਹੋਣੀ। ਹਾਂ ਜ਼ਰੂਰੀ ਹੈ ਕਿ ਤਕਨੀਕੀ ਢੰਗਾਂ ਨਾਲ ਵੀ ਲੈਸ ਹੋਣਾ ਬਹੁਤ ਜ਼ਰੂਰੀ ਆ ਨਾ, ਆਪਾਂ ਨੂੰ ਹੋਣਾ ਵੀ ਪੈਣਾ ਆ ਤਾਂ ਜੋ ਆਪਦਾ ਦਾ ਪ੍ਰਬੰਧਨ ਦੀ ਸਥਿਤੀ ਵਿੱਚ ਨੂੰ ਆਪਾਂ ਘੱਟ ਕਰ ਸਕੀਏ। ਕਿਉਂਕਿ ਕੁਦਰਤ ਨੇ ਤਾਂ ਜੋ ਕਰਨਾ ਹੈ ਉਹ ਤਾਂ ਹੋਣਾ ਹੀ ਆ, ਬਟ ਜੋ ਇਨਸਾਨਾਂ ਦੁਆਰਾ ਹੁੰਦਾ ਆ ਇਹਦੇ ਨਾਲ ਕੀ ਆਪਾਂ ਨੂੰ ਸਭ ਦਾ ਦੁੱਖ ਦਰਦ ਸਮਝਣਾ ਪੈਣਾ ਆ ਕਿ ਇਨਸਾਨਾਂ, ਪੌਦਿਆਂ, ਜਾਨਵਰਾਂ ਦਾ ਦੁੱਖ ਜਿਹੜਾ ਹੈਗਾ ਸਮਝਦੇ ਹੋਏ ਆਪਾਂ ਨੂੰ ਉਹਨਾਂ ਦਾ ਦੁੱਖ ਘੱਟ ਕਰਨ ਲਈ ਜਿਹੜਾ ਹੈਗਾ ਉਹਦਾ ਪ੍ਰਭਾਵ ਘੱਟ ਕਰਨ ਲਈ ਆਪਾਂ ਜਿਹੜਾ ਹੈਗਾ ਇਹ ਕੰਮ ਸਾਰੇ ਕਰਨੇ ਪੈਣੇ ਆ। ਸੋ ਡਿਜ਼ਾਸਟਰਸ ਜਿਹੜੇ ਹੈਗੇ ਆਪਣੇ ਆਉਂਦੇ ਨੇ, ਇਹ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਇਸ ਮੌਕੇ ਦੇ ਵਿੱਚ ਘਬਰਾਉਣਾ ਨਹੀਂ ਚਾਹੀਦਾ ਹੈਗਾ, ਬਿਲਕੁਲ ਆਪਣੇ ਦਿਮਾਗ ਨੂੰ ਸ਼ਾਂਤ ਰੱਖਣਾ ਚਾਹੀਦਾ ਆ। ਤੇ ਕਿਉਂਕਿ ਇਹ ਸਥਿਤੀਆਂ ਹੁੰਦੀਆਂ ਨੇ, ਕੁਝ ਕੁਦਰਤ ਦੇ ਨਿਯਮ ਹੁੰਦੇ ਨੇ ਜਿਹਦੇ ਅਕੋਰਡਿੰਗ ਟਾਈਮ ਤੇ ਕੁਝ ਪ੍ਰੋਬਲਮ ਜਿਹੜੀਆਂ ਹੈਗੀਆਂ ਆਉਂਦੀਆਂ ਰਹਿੰਦੀਆਂ ਨੇ, ਬਟ ਮਤਲਬ ਸਭ ਤੋਂ ਪਹਿਲਾਂ ਕਿ ਆਪਣੀ ਸੇਫਟੀ ਰੱਖੋ ਔਰ ਸ਼ਾਂਤ ਰਹੋ ਔਰ ਮਤਲਬ ਕਿ ਆਪਣਾ ਜਿਹੜਾ ਹੈਗਾ ਆਪਣੇ ਕੰਮ ਵੱਲ ਜ਼ਰੂਰ ਧਿਆਨ ਰੱਖੋ ਜੀ। ਬਿਲਕੁਲ ਇਹਦਾ ਨਿਸ਼ਕਰਸ਼ ਹੈ ਇਹ ਬਚਾਓ ਵਿੱਚ ਹੀ ਬਚਾਓ ਹੈ। अपने आप ਨੂੰ बचा के रखो और रुख लगाओ, एक रुख सो सुख। और जिन्ना हो सकता है कुदरती आफतां दे प्रबंधन ਲਈ अपने आप ਨੂੰ ਤਿਆਰ ਰੱਖੋ ਹਰਦਮ। ਸਾਡੇ ਟਾਈਮ ਤੇ ਸਕੂਲਾਂ ਦੇ ਵਿੱਚ ਸਿਖਾਇਆ ਜਾਂਦਾ ਸੀ ਕਿ ਜਦੋਂ ਕੋਈ ਆਫਤ ਆ ਜਾਂਦੀ ਹੈ ਤਾਂ ਕਿਸ ਤਰ੍ਹਾਂ ਕਰਨਾ ਮੈਨੇਜ। ਹੁਣ ਵੀ ਸਕੂਲਾਂ ਵਿੱਚ ਇਹ ਸਿਖਾਇਆ ਜਾ ਰਿਹਾ ਹੈ ਐਜ਼ ਅ ਤੁਹਾਡੇ ਟਾਈਮ ਸਬਜੈਕਟ ਤੁਸੀਂ ਹੁੰਦਾ। ਦੇਖਿਆ ਹੋਣਾ ਜੀ, ਥੋੜੇ ਟਾਈਮ ਤੁਸੀਂ ਦੇਖਿਆ ਹੋਣਾ ਕੁਦਰਤੀ ਆਫਤਾਂ ਬਹੁਤ ਘੱਟ ਆਉਂਦੀਆਂ ਸੀ, ਜਿਵੇਂ ਕਿ ਕਿਤੇ ਕਿਤੇ ਕੋਈ ਭੂਚਾਲ ਚੱਲਦੇ ਸੀ ਜਾਂ ਕਿਤੇ। ਹੁਣ ਜਿਹੜਾ ਹੈਗਾ 1 ਸਾਲ ਦੇ ਵਿੱਚ ਤਾਂ ਤੁਸੀਂ ਛੱਡੋ ਕਿ ਮਹੀਨੇ ਦੇ ਵਿੱਚ ਤੁਸੀਂ ਕਿੰਨੇ ਦੇਖ ਲੈਂਦੇ ਹੋ, ਕਿੰਨੇ ਭੂਚਾਲ ਦੇ ਝਟਕੇ ਲੱਗਦੇ ਨੇ। ਇਹ ਸਾਰਾ ਜਿਹੜਾ ਹੈਗਾ ਆਪਣਾ ਜਿਹੜਾ ਕੁਦਰਤ ਦੇ ਨਾਲ ਖਿਲਵਾੜ ਕੀਤਾ, ਤਕਨੀਕ ਦੇ ਵਿੱਚ ਟੈਕਨੀਕਲ ਆਪਾਂ ਬਹੁਤ ਤਰੱਕੀ ਕਰ ਲਈ, ਪਰ ਜਿਹੜਾ ਹੈਗਾ ਕੁਦਰਤ ਦੇ ਨਾਲ ਆਪਾਂ ਖਿਲਵਾੜ ਕੀਤਾ ਨਾ, ਉਹਦਾ ਜਿਹੜਾ ਹੈਗਾ ਨਤੀਜਾ ਆਪਾਂ ਨੂੰ ਅੱਜ ਭੁਗਤਣਾ ਪੈ ਰਿਹਾ ਹੈ। ਅਸੀਂ ਜਿਹੜੀ ਇੰਡਸਟਰੀਅਲਾਈਜੇਸ਼ਨ ਜ਼ਿਆਦਾ ਕਰ ਲਈ, ਦਰਖਤ ਘੱਟ ਹੋ ਗਏ, ਦਰਖਤਾਂ ਦੀ ਕਟਾਈ ਕਰਕੇ ਕੰਕਰੀਟ ਜੰਗਲ ਬਣਾ ਲਿਆ ਜੀ, ਜਿਹਦੇ ਨਾਲ ਅਸੀਂ ਭੁਗਤ ਰਹੇ ਹਾਂ ਅੱਜ। ਔਰ ਅੱਜ ਹੁਣ ਸਭ ਸੁਚੇਤ ਹੋ ਰਹੀਆਂ ਨੇ ਸੰਸਥਾਵਾਂ, ਸਕੂਲਾਂ ਦੇ ਬੱਚੇ, ਵੱਡੇ ਸਭ ਪੇੜ ਲਗਾ ਰਹੇ ਹੈ ਔਰ ਕੋਸ਼ਿਸ਼ ਕਰ ਰਹੇ ਕਿ ਅਸੀਂ ਜਿਹੜੀ ਕੁਦਰਤੀ ਆਫਤ ਉਹ ਤੇ ਆ ਜਾਂਦੀ ਹੈ ਕੋਈ ਗੱਲ ਨਹੀਂ, ਪਰ ਜਿਹੜੀ ਮੈਨ ਮੇਡ ਆਫਤ ਹੈ ਉਹਦੇ ਤੋਂ ਬਚਾ ਰੱਖੇ ਆਪਣੇ ਆਪ ਨੂੰ। ਘੱਟ ਤੋਂ ਘੱਟ ਮਸ਼ੀਨਰੀ ਦਾ ਇਸਤੇਮਾਲ ਕਰੀਏ, ਜਿਹੜੀ ਜਿਵੇਂ ਕਾਰ ਹੈ, ਕਾਰ ਪੂਲਿੰਗ ਕਰ ਲਈਏ, ਇੱਕ ਕਾਰ ਚ ਇੱਕ ਜਣਾ ਜਾ ਰਿਹਾ ਮਿਲ ਕੇ ਆਪਸ ਚ ਸਾਰੇ ਜਣੇ ਚਲੇ ਜਾਈਏ। ਇਹ ਵੀ ਇੱਕ ਡਿਜ਼ਾਸਟਰ ਮੈਨੇਜਮੈਂਟ ਦਾ ਹਿੱਸਾ ਹੈ। ਇਹਦੇ ਵਿੱਚ ਵੀ ਰਲ ਕੇ ਜਾਵਾਂਗੇ, ਪੋਲਿਊਸ਼ਨ ਘਟੇਗੀ ਤੇ ਗਲੋਬਲ ਵਾਰਮਿੰਗ ਤੇ ਅਸਰ ਘੱਟ ਹੋਏਗਾ। ਠੀਕ ਹੈ ਨਾ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਚੰਗੀਆਂ ਗੱਲਾਂ ਦੱਸੀਆਂ। ਔਰ ਨੈਕਸਟ ਟਾਈਮ ਫਿਰ ਮਿਲਾਂਗੇ ਇੱਕ ਨਵੇਂ ਟੌਪਿਕ ਦੇ ਨਾਲ। ਤਦ ਤੱਕ ਲਈ ਅਲਵਿਦਾ ਦੋਸਤੋ। ਬਹੁਤ ਸ਼ੁਕਰੀਆ ਜੀ ਸ਼ੁਕਰੀਆ, ਥੈਂਕ ਯੂ ਤੁਹਾਡਾ ਵੀ। ਤੁਸੀਂ ਆਏ ਫੇਸਬੁੱਕ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਹਨੇ ਸਾਨੂੰ ਇਹ ਪਲੇਟਫਾਰਮ ਦਿੱਤਾ ਹੈ ਔਰ ਅਸੀਂ ਆਪਸ ਚ ਡਿਸਕਸ ਕਰ ਸਕਦੇ ਹਾਂ। ਕੋਈ ਵੀ ਮੁਸ਼ਕਿਲ ਹੋਵੇ ਉਸਦਾ ਅਸੀਂ ਹੱਲ ਲੱਭਣ ਦੀ ਕੋਸ਼ਿਸ਼ ਕਰ ਸਕਦੇ ਹਾਂ ਫੇਸਬੁੱਕ ਦੇ ਜ਼ਰੀਏ। ਸ਼ੁਕਰੀਆ ਜੀ।